ਇਸ ਹੱਦ ਤੱਕ ਉਹ ਜਾ ਚੁੱਕੇ। ਸਾਡੇ ਸੋਸ਼ਲ ਮੀਡੀਆ ਚੈੱਕ ਕੀਤੇ ਜਾ ਰਹੇ ਆ। ਸਰ ਉਹ ਕਹਿੰਦੇ ਸਾਨੂੰ ਸੋਸ਼ਲ ਮੀਡੀਆ ਤੋਂ ਤੁਹਾਡੇ ਬਾਰੇ ਪਤਾ ਲੱਗਾ ਹੈਗਾ ਕਿ ਤੁਸੀਂ ਇਹਨਾਂ ਜਗ੍ਹਾਵਾਂ ਤੇ ਘੁੰਮ ਕੇ ਆਏ ਹੋ, ਪਰ ਉਹ ਉਹਨਾਂ ਦਾ ਹੱਕ ਨਹੀਂ ਬਣਦਾ ਸਾਨੂੰ ਇਹ ਚੀਜ਼ ਪੁੱਛਣ ਦਾ। ਤੁਹਾਡੀ ਜਾਸੂਸੀ ਕੀਤੀ ਜਾ ਰਹੀ ਸਕੂਲਾਂ ਦੇ ਵੱਲ? ਬਿਲਕੁਲ ਸਾਡੀ ਜਾਸੂਸੀ ਕੀਤੀ ਜਾ ਰਹੀ ਹੈ। ਉਹਨਾਂ ਨੇ ਇਹ ਵੀ ਪਤਾ ਲੱਗਿਆ ਕਿ ਆ ਭਾਜੀ ਸਾਡੇ ਗਵਾਹ ਨੇ। ਕਹਿ ਲਓ ਕਿ ਕੱਲਾ ਬੁਲਾ ਕੇ ਹਰਾਸ ਕਰਕੇ ਜਾਂ ਤੰਗ ਕਰਕੇ ਉਹਨਾਂ ਨੂੰ ਜ਼ਬਰਦਸਤੀ ਉਹਨਾਂ ਤੋਂ ਅੰਡਰਟੇਕਿੰਗ ਸਾਈਨ ਕਰਾਈ ਜਾ ਰਹੀ ਆ। ਫੀਸ ਦੇਣ ਵਾਲੀ ਤੁਸੀਂ ਇਹ ਰੋਣਾ ਦੋ ਦਿਓ ਕਿ ਅਸੀਂ ਫੀਸ ਨਹੀਂ ਦੇ ਸਕਦੇ। ਠੀਕ ਹੈ, ਆਪਣੀ ਬੈਂਕਿੰਗ ਸਟੇਟਮੈਂਟ ਲੈ ਕੇ ਆਓ, ਆਪਣੀ ਆਈਟੀਆਰ ਸਾਨੂੰ ਦਿਖਾਓ, ਫਿਰ ਅਸੀਂ ਸੋਚਾਂਗੇ ਕਿ ਤੁਹਾਨੂੰ ਕੰਸੈਸ਼ਨ ਦੇਣੀ ਹੈ ਕਿ ਨਹੀਂ ਦੇਣੀ ਹੈਗੀ। ਇਹ ਬਾਲੀਆਂ ਮੇਰੇ ਕੰਨ 'ਚ ਪਾਈਆਂ ਸੀ ਤਾਂ ਮੈਨੂੰ ਕਹਿੰਦੇ ਜੀ ਇਹ ਤੁਸੀਂ ਕੰਨ ਦੇ ਵਿੱਚ ਬਾਲੀਆਂ ਪਾ ਸਕਦੇ, ਸਾਡੀਆਂ ਫੀਸ ਨਹੀਂ ਦੇ ਸਕਦੇ। ਕਿਸੇ ਬਾਹਰਲੇ ਤੋਂ ਡਰ ਨਹੀਂ ਆ, ਅੱਜ ਸਾਨੂੰ ਸਾਡੇ ਅੰਦਰੋਂ ਪ੍ਰਸ਼ਾਸਨ ਦੇ ਸਿਸਟਮ ਦੇ ਵਿੱਚੋਂ ਸਾਨੂੰ ਡਰ ਆ। ਪਿਛਲੇ ਲੰਬੇ ਸਮੇਂ ਤੋਂ ਸਕੂਲਾਂ ਅਤੇ ਮਾਪਿਆਂ ਦੇ ਵਿਚਾਲੇ ਫੀਸਾਂ ਨੂੰ ਲੈ ਕੇ ਰੇੜਕਾ ਚੱਲ ਰਿਹਾ ਹੈ। ਸਕੂਲ ਕਹਿ ਰਹੇ ਨੇ ਕਿ ਮਾਪੇ ਪੂਰੀ ਫੀਸ ਨਹੀਂ ਦੇ ਰਹੇ, ਪਰ ਮਾਪਿਆਂ ਦਾ ਇਲਜ਼ਾਮ ਹੈ ਕਿ ਵਾਧੂ ਜਿਹੜੀ ਫੀਸ ਹੈ ਉਹ ਵਸੂਲੀ ਜਾ ਰਹੀ ਹੈ। ਇਸੇ ਵਿਚਾਲੇ ਸੁਪਰੀਮ ਕੋਰਟ ਦੀਆਂ ਵੀ ਜਿਹੜੀਆਂ ਹਦਾਇਤਾਂ ਆਈਆਂ ਨੇ ਕਿ ਮਾਪਿਆਂ ਦੇ ਕੋਲੋਂ ਜਾਂ ਬੱਚਿਆਂ ਦੇ ਕੋਲੋਂ ਜਬਰੀ ਜਿਹੜੀ ਹੈ ਫੀਸ ਨਹੀਂ ਵਸੂਲੀ ਜਾ ਸਕਦੀ, ਉਹਨਾਂ ਨੂੰ ਕਿਸ਼ਤਾਂ ਦੇ ਵਿੱਚ ਵੀ ਦਿੱਤੀ ਜਾ ਸਕਦੀ ਹੈ। ਫੀਸ ਨਾ ਦੇਣ ਦੀ ਸੂਰਤ ਦੇ ਵਿੱਚ ਉਹਨਾਂ ਦਾ ਨਾਮ ਨਹੀਂ ਕੱਟਿਆ ਜਾ ਸਕਦਾ ਜਾਂ ਸਕੂਲ ਦੇ ਵਿੱਚ ਬੈਠਣ ਨਹੀਂ ਦਿੱਤਾ ਜਾ ਸਕਦਾ। ਇਸ ਤਰੀਕੇ ਦੀ ਜਿਹੜੀਆਂ ਨੇ ਉਹ ਹਦਾਇਤਾਂ ਸੁਪਰੀਮ ਕੋਰਟ ਦੇ ਵੱਲੋਂ ਦਿੱਤੀਆਂ ਗਈਆਂ ਕਿ ਬੱਚਿਆਂ ਨੂੰ ਪਰੇਸ਼ਾਨ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਪਰ ਜਲੰਧਰ ਦੇ ਵਿੱਚ ਮਾਪੇ ਕੁਝ ਸਾਡੇ ਨਾਲ ਮੌਜੂਦ ਹੈਗੇ ਨੇ ਜਿਨ੍ਹਾਂ ਦੇ ਬੱਚਿਆਂ ਨੂੰ ਸਕੂਲਾਂ ਦੇ ਵੱਲੋਂ ਇਹਨਾਂ ਦੇ ਇਲਜ਼ਾਮ ਨੇ ਕਿ ਪਰੇਸ਼ਾਨ ਕੀਤਾ ਜਾ ਰਿਹਾ ਫੀਸਾਂ ਨੂੰ ਲੈ ਕੇ। ਤੁਹਾਡੇ ਬੇਟੇ ਬੱਚੇ ਕਿਹੜੇ ਸਕੂਲ ਦੇ ਵਿੱਚ ਪੜ੍ਹਦੇ ਨੇ ਤੇ ਕੀ ਤੁਹਾਨੂੰ ਦਿੱਕਤਾਂ ਕੀ ਆ ਰਹੀਆਂ ਨੇ? ਮੇਰੇ ਬੱਚੇ ਪੁਲਿਸ ਟੀ ਵਿੱਚ ਪੜ੍ਹਦੇ ਆ। ਮੇਰੇ ਬੱਚਿਆਂ ਨੂੰ ਪਹਿਲੇ ਇਹ ਸੀਗਾ ਮਤਲਬ ਕਹਿੰਦੇ ਰਿਜ਼ਲਟ ਨਹੀਂ ਦਿੱਤਾ ਜਾਊਗਾ। ਮੈਂ ਬੜੇ ਖੁਸ਼ੀ ਬੱਚੇ ਕਹਿੰਦੇ ਮੰਮਾ ਸਾਡਾ ਰਿਜ਼ਲਟ ਆ ਨਾ, ਤੁਸੀਂ ਰਿਜ਼ਲਟ ਲੈ ਕੇ ਆਓ। ਮੈਂ ਮਾਰਨਿੰਗ ਬੜਾ ਸੋਹਣਾ ਰੈਡੀ ਹੋਈ ਤੇ ਮੈਂ ਜਾ ਕੇ ਦੇਖਿਆ ਤੇ ਮੈਂ ਕਿਹਾ ਮੈਮ ਰਿਜ਼ਲਟ ਲੈਣਾ। ਕਹਿੰਦੇ ਮੈਡਮ ਉਹਨਾਂ ਨੇ ਸਲਿੱਪ ਫੜਾਈ, ਕਹਿੰਦੇ ਐਡਿਊਲਸ ਕਲੀਅਰ ਕਰੋ। ਮੈਂ ਉੱਥੇ ਗਈ, ਮੈਂ ਤਾਂ ਟਿਊਸ਼ਨ ਫੀਸ ਦੇਣੀ ਸੀ, ਟਿਊਸ਼ਨ ਫੀਸ ਦਿੰਦੇ ਆ ਰਹੇ ਆ, ਟਿਊਸ਼ਨ ਫੀਸ ਦੇਣੀ ਸੀ। ਹੌਲੀ ਮੈਂ ਇਕੱਠੇ ਜਿੰਨੇ ਪੈਸੇ ਕਿੱਤੇ ਹੋਏ ਸੀਗੇ ਮੈਂ ਉਹ ਟਿਊਸ਼ਨ ਫੀਸ ਦੇਣ ਲਈ ਤਿਆਰ ਸੀਗੀ। ਜਦੋਂ ਮੈਂ ਉੱਥੇ ਗਈ ਤਾਂ ਕਹਿੰਦੇ ਨਾਲ ਐਨੂਅਲ ਚਾਰजेस ਵੀ ਲੱਗਣੇ। ਮੇਰੇ ਪੈਰਾਂ ਤੋਂ ਜ਼ਮੀਨ ਨਿਕਲ ਗਈ ਕਿ ਐਨੂਅਲ ਚਾਰजेस ਕਿਸ ਚੀਜ਼ ਦੇ? ਮੇਰੇ ਬੱਚੇ ਤਾਂ ਸਕੂਲ ਹੀ ਨਹੀਂ ਆਏ। ਬਿਲਡਿੰਗ ਫੰਡ ਕਿਸ ਚੀਜ਼ ਦੇ? ਮੇਰੇ ਬੱਚੇ ਸਕੂਲ ਹੀ ਨਹੀਂ ਆਏ ਤਾਂ ਕਿਸ ਚੀਜ਼ ਦੇ ਚਾਰजेस? ਉਸ ਤੋਂ ਬਾਅਦ ਮੈਂ ਰੋਂਦੀ ਮੈਂ ਆਪਣੇ ਘਰੇ ਵਾਪਸ ਆਈ ਹਾਂ। ਉਸ ਤੋਂ ਬਾਅਦ ਮੈਂ ਆਪਣੇ ਹਸਬੰਡ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੇ ਮੈਨੂੰ ਸਮਝਾਇਆ। ਉਹਨਾਂ ਨੇ ਪਹਿਲਾਂ ਹੀ ਮੈਨੂੰ ਇਹੀ ਗੱਲ ਕਹੀ ਸੀਗੀ, ਕਹਿੰਦੇ ਇਹਨਾਂ ਨੇ ਸਕੂਲ ਦੀ ਫੀਸ ਇਹਨਾਂ ਨੇ ਲੈਣੀ ਹੈ ਤੇ ਤੈਨੂੰ ਰਿਜ਼ਲਟ ਨਹੀਂ ਦੇਣਾ। ਉਹਨਾਂ ਨੇ ਮੇਰੇ ਬੱਚਿਆਂ ਦਾ ਰਿਜ਼ਲਟ ਨਹੀਂ ਦਿੱਤਾ ਤੇ ਮੇਰੇ ਬੱਚੇ ਮੇਰੇ ਹੱਥਾਂ ਵੱਲ ਦੇਖਦੇ ਪਏ ਆ ਕਿ ਮੰਮਾ ਤੁਸੀਂ ਰਿਜ਼ਲਟ ਨਹੀਂ ਲੈ ਕੇ ਆਏ ਹੋ, ਕਿ ਤੁਹਾਡੇ ਕੋਲ ਪੈਸੇ ਨਹੀਂ ਹੈ। ਇਹ ਸਾਡੇ ਬੱਚੇ ਸਾਨੂੰ ਕੁਐਸਚਨ ਕਰਦੇ ਪਏ ਆ ਕਿ ਸਾਡੇ ਕੋਲ ਪੈਸੇ ਨਹੀਂ ਹੈ, ਕਿ ਅਸੀਂ ਆਪਣੇ ਬੱਚਿਆਂ ਦਾ ਕੋਈ ਰਿਜ਼ਲਟ ਨਹੀਂ ਲੈ ਸਕਦੇ। ਫਿਰ ਮੈਂ ਆਪਣੇ ਬੱਚਿਆਂ ਨੂੰ ਇਹੀ ਸਮਝਾਇਆ ਬੱਚੇ ਕਿ ਉਹਨਾਂ ਨੇ ਪੈਸੇ ਬਹੁਤ ਜ਼ਿਆਦਾ ਮੰਗੇ ਆ, ਉਹ ਜਿੱਥੇ ਤੱਕ ਕਿ ਮੇਰੇ ਕੋਲ ਨਹੀਂ ਹੈ ਇੰਨੇ ਪੈਸੇ, ਮੈਂ ਨਹੀਂ ਰਿਜ਼ਲਟ ਲੈ ਕੇ ਆ ਸਕੀ। ਬਟ ਇਹ ਨਾਜਾਇਜ਼ ਸਕੂਲਾਂ ਦਾ ਧੱਕਾ ਹੈਗਾ, ਬਹੁਤ ਜ਼ਿਆਦਾ ਧੱਕਾ ਕਰਦੇ ਐਨੂਅਲ ਫੀਸ ਹੈ ਕਿੰਨੀ ਹੈ? ਸਰ 11,000 ਕੁਝ ਲਮਥਿੰਗ ਹੈਗੀ ਆ। ਮੇਰੇ 2 ਬੱਚੇ ਹੈ, ਆ ਸਾਰਾ ਹੈਗੇ ਆ ਜੀ। ਆ ਦੇਖੋ ਐਨੂਅਲ ਚਾਰजेस ਵਗੈਰਾ ਸਾਰੇ ਫੰਡਸ ਹੈਗੇ ਆ। ਇਹ ਹੁਣ ਵਾਲੇ ਵੀ ਮੰਗੇ ਗਏ ਆ ਤੇ ਪਿਛਲੇ ਵੀ ਮੰਗੇ ਗਏ ਉਹਨਾਂ ਨੇ। ਮੈਂ ਕਿੱਥੋਂ ਦੇਵਾਂਗੀ? ਮੇਰੇ ਕੋਲ ਨਹੀਂ ਹੈ। ਫੀਸ ਸੀਗੀ, ਮੈਂ ਫੀਸ ਉਤਾਰੀ ਹੈ। ਉਸ ਤੋਂ ਬਾਅਦ ਮੇਰੇ ਬੱਚਿਆਂ ਦਾ ਰਿਜ਼ਲਟ ਬਾਉਂਡ ਕੀਤਾ ਗਿਆ, ਮੇਰੇ ਬੱਚੇ ਦਾ ਰਿਜ਼ਲਟ ਨਹੀਂ ਦਿੱਤਾ ਗਿਆ। ਉਸ ਤੋਂ ਬਾਅਦ ਸਮਝਾਉਣ ਦੇ ਬਾਅਦ ਜਦੋਂ ਅਸੀਂ ਰੈਲੀ ਕੀਤੀ ਹੈ ਡੀਸੀ ਸਰ ਦੇ ਆਫਿਸ ਦੇ ਮਿਲੇ, ਜਿਹੜਾ ਸਾਨੂੰ ਡਾਕੂਮੈਂਟ ਮਿਲਿਆ, ਉਸ ਤੋਂ ਬਾਅਦ ਸਕੂਲੇ ਜਾ ਕੇ ਦਿਖਾਇਆ ਗਿਆ ਤਾਂ ਮੇਰੇ ਹਸਬੰਡ ਨੇ ਗੱਲ ਕੀਤੀ ਹੈ ਕਿ ਤੁਸੀਂ ਆਹ ਦੇਖੋ। ਉਸ ਤੋਂ ਬਾਅਦ ਉਹਨਾਂ ਨੇ ਕਹਿੰਦੇ ਰਿਜ਼ਲਟ ਨਹੀਂ ਦਿੱਤਾ ਜਾਊਗਾ। ਉਹਨਾਂ ਨੇ ਉੱਪਰੋਂ ਕੁਐਸਚਨ ਸਾਨੂੰ ਇਹ ਪੁੱਟ ਕੀਤਾ, ਕਹਿੰਦੇ ਤੁਸੀਂ ਬਾਹਰ ਘੁੰਮ ਕੇ ਆਏ ਹੋ। ਅਸੀਂ ਬਾਹਰ ਗਏ ਹਾਂ, ਅਸੀਂ 4-5 ਸਾਲਾਂ ਤੋਂ ਬੱਚੇ ਲਈ ਪੈਸੇ ਇਕੱਠੇ ਕਰਦੇ ਕਿ ਆਪਣੇ ਬੱਚੇ ਨੂੰ ਅਸੀਂ ਖੁਸ਼ੀ ਨਹੀਂ ਦੇ ਸਕਦੇ ਹਾਂ। ਉਸ ਤੇ ਉਹ ਕੌਣ ਹੁੰਦੇ ਆ? ਅਸੀਂ ਮੰਗ ਸਕਦੇ ਉਹਨਾਂ ਤੋਂ, ਉਹ ਮੰਗ ਸਕਦੇ ਸਾਡੇ ਕੋਲੋਂ। ਅਸੀਂ ਉਹਨਾਂ ਤੋਂ ਬੈਲੈਂਸ ਸ਼ੀਟ ਮੰਗਦੇ ਆ ਕਿ ਸਕੂਲ ਦੀ ਜਿਹੜੀਆਂ ਅਸੀਂ ਫੀਸਾਂ ਭਰੀਆਂ ਅੱਜ ਤੱਕ ਉਹ ਸਾਨੂੰ ਦਿੰਦੇ ਆ ਕਿ ਕਿਹੜੀ ਬਿਲਡਿੰਗ ਸਾਡੇ ਨਾਮ ਤੇ ਲਗਵਾਈ ਹੈ ਉਹਨਾਂ ਨੇ, ਜਿਹੜੀਆਂ ਗੱਡੀਆਂ 'ਚ ਵੱਡੀਆਂ 'ਚ ਘੁੰਮਦੇ ਹੈਗੇ ਆ, ਉਹ ਸਾਡੇ ਬੱਚਿਆਂ ਦੀ ਫੀਸਾਂ ਤੋਂ ਆਈਆਂ ਹੋਈਆਂ, ਉਹ ਸਾਨੂੰ ਦਿੰਦੇ ਆ। ਉਹ ਸਾਨੂੰ ਕਰੋਗੇ ਇਹ ਚੀਜ਼? ਪਰਸਨਲ ਚੀਜ਼ਾਂ ਕਿੱਦਾਂ ਉਹਨਾਂ ਨੂੰ ਪਤਾ ਕਿ ਤੁਸੀਂ ਵਿਦੇਸ਼ ਦੇ ਵਿੱਚ ਗਏ ਹੋ, ਘੁੰਮਣ ਗਏ ਹੋ ਜਾਂ ਇਦਾਂ ਤੁਸੀਂ ਕਰ ਰਹੇ ਹੋ, ਖਰਚ ਕਰ ਰਹੇ ਹੋ? ਸਰ ਉਹ ਕਹਿੰਦੇ ਸਾਨੂੰ ਸੋਸ਼ਲ ਮੀਡੀਆ ਤੋਂ ਤੁਹਾਡੇ ਬਾਰੇ ਪਤਾ ਲੱਗਾ ਹੈਗਾ ਕਿ ਤੁਸੀਂ ਇਹਨਾਂ ਜਗ੍ਹਾਵਾਂ ਤੇ ਘੁੰਮ ਕੇ ਆਏ ਹੋ, ਪਰ ਉਹ ਉਹਨਾਂ ਦਾ ਹੱਕ ਨਹੀਂ ਬਣਦਾ ਸਾਨੂੰ ਇਹ ਚੀਜ਼ ਪੁੱਛਣ ਦਾ। ਕੀ ਤੁਹਾਡੀ ਜਾਸੂਸੀ ਕੀਤੀ ਜਾ ਰਹੀ ਸਕੂਲਾਂ ਦੇ ਵੱਲੋਂ? ਜੀ ਬਿਲਕੁਲ ਸਾਡੀ ਜਾਸੂਸੀ ਕੀਤੀ ਜਾ ਰਹੀ ਹੈ। ਉਹਨਾਂ ਨੇ ਇਹ ਵੀ ਪਤਾ ਲੱਗਿਆ ਕਿ ਆ ਭਾਜੀ ਸਾਡੇ ਗਵਾਹ ਨੇ। ਇਹਨਾਂ ਨੇ ਕਿਹਾ, ਕਹਿੰਦੇ ਕਿ ਤੁਸੀਂ ਪਹਿਲੇ ਜੈਪੁਰ ਜਾ ਕੇ ਆਏ ਹੋ, ਉਸ ਤੋਂ ਬਾਅਦ ਤੁਸੀਂ ਦੁਬਈ ਜਾ ਕੇ ਆਏ ਹੋ। ਬਟ ਉਹਨਾਂ ਨੂੰ ਕਿੱਥੋਂ ਪਤਾ ਲੱਗਾ? ਅਸੀਂ ਟੀਚਰਸ ਨੂੰ ਪੁੱਛਿਆ ਤੁਹਾਨੂੰ ਕਿਤੇ, कहते मैम सोशल मीडिया पे सब कुछ हो जाता है, हमने बस ऐसे ही आप ही फोटोग्राफ्स वगैरह आई है हमारे पास। मतलब वो साढ़े ते जासूस छड्डे होए। ਅਸੀਂ ਅੱਜ ਵੀ ਇੱਥੇ ਖੜੇ, ਕੀ ਪਤਾ ਉਹਨਾਂ ਦੇ ਜਾਸੂਸ ਅੱਜ ਵੀ ਇੱਥੇ ਹੋਣ। ਬਿਲਕੁਲ ਹੋ ਸਕਦੇ, ਕਿਉਂ ਨਹੀਂ ਹੋ ਸਕਦੇ? ਹੋਊਗੇ, ਬਿਲਕੁਲ ਛੱਡੇ ਹੁੰਦੇ। ਜਿੱਦਾਂ ਕੋਰਟ ਨੇ ਹਦਾਇਤਾਂ ਵੀ ਦਿੱਤੀਆਂ ਨੇ ਕਿ ਇਦਾਂ ਪਰੇਸ਼ਾਨ ਨਹੀਂ ਕੀਤਾ ਜਾ ਸਕਦਾ ਮਾਪਿਆਂ ਨੂੰ ਜਾਂ ਬੱਚਿਆਂ ਨੂੰ, ਤਾਂ ਫਿਰ ਕਿਉਂ ਇਹਦੀ ਉਲੰਘਣਾ ਹੁੰਦੀ ਹੈ? ਸਰ ਇਹ ਇੱਕ ਬੜਾ ਵੱਡਾ ਮਾਫੀਆ ਆ। ਸੌਰੀ ਮੈਂ ਇਹ ਸ਼ਬਦ ਯੂਜ਼ ਕਰ ਰਿਹਾ, ਜਦ ਕਿ ਸਿੱਖਿਆ ਵਾਸਤੇ ਮੈਂ ਯੂਜ਼ ਨਹੀਂ ਕਰਦਾ, ਕਿਉਂਕਿ ਬਾਬਾ ਭੀਮ ਰਾਓ ਅੰਬੇਦਕਰ ਸਾਹਿਬ ਨੇ ਇੱਕ ਚੀਜ਼ ਕਹੀ ਸੀ ਕਿ ਸਿੱਖਿਆ ਇੱਕ ਸ਼ੇਰਨੀ ਹੈ, ਸਿੱਖਿਆ ਇੱਕ ਸ਼ੇਰਨੀ ਆ, ਜਿਹੜਾ ਇਹਦਾ ਦੁੱਧ ਪੀਊਗਾ ਉਹ ਦਹਾੜੂਗਾ।
ਤੇ ਇਹ ਸਾਨੂੰ ਉਸੇ ਸਿੱਖਿਆ ਤੋਂ ਵਾਂਝਾ ਕਰਨਾ ਚਾਹੁੰਦੇ ਆ, ਇਸ ਤੋਂ ਅਲੱਗ ਕਰਨਾ ਚਾਹੁੰਦੇ ਆ ਕਿ ਜੇ ਇਹ ਸਿੱਖਿਅਤ ਹੋ ਗਏ, ਜੇ ਇਹ ਗਿਆਨ ਇਹਨਾਂ ਨੂੰ ਆ ਗਿਆ, ਇਹਨਾਂ ਨੂੰ ਸਮਝ ਆ ਗਈ ਤੇ ਸੱਚ ਝੂਠ ਦਾ ਫਰਕ ਇਹਨਾਂ ਨੂੰ ਪਤਾ ਲੱਗ ਗਿਆ ਤੇ ਇਹ ਸਾਡੇ ਖਿਲਾਫ ਖੜੇ ਹੋ ਸਕਦੇ ਆ। ਇਸੇ ਲਈ ਸਾਡੀ ਸਿੱਖਿਆ ਨੂੰ, ਸਾਡੇ ਬੱਚਿਆਂ ਦੀ ਸਿੱਖਿਆ ਨੂੰ ਮਹਿੰਗਾ ਕੀਤਾ ਜਾ ਰਿਹਾ ਆ, ਬਹੁਤ ਜ਼ਿਆਦਾ ਮਹਿੰਗਾ ਕੀਤਾ ਜਾ ਰਿਹਾ। ਇਹਨਾਂ ਨੇ ਸੁਪਰੀਮ ਕੋਰਟ ਦੀਆਂ ਆਹ ਚੀਜ਼ਾਂ ਤਾਂ ਪੜ੍ਹ ਲਈਆਂ ਕਿ ਸਾਨੂੰ ਇੱਥੇ ਉਹਨਾਂ ਨੇ ਫੀਸ ਵਾਸਤੇ ਕਿਹਾ, ਜਦ ਕਿ ਉਹਨਾਂ ਨੇ ਸਿਰਫ ਫੀਸ ਵਾਸਤੇ ਕਿਹਾ, ਕੋਈ ਐਨੂਅਲ ਚਾਰजेस ਬਿਲਡਿੰਗ ਫੰਡ ਬਾਰੇ ਨਹੀਂ ਕਿਹਾ। ਇਹਨਾਂ ਨੇ A ਕਲੌਜ਼ ਤਾਂ ਪੜ੍ਹ ਲਿਆ ਪਰ B ਕਲੌਜ਼ ਨਹੀਂ ਪੜ੍ਹਿਆ, ਨੋਟੀਫਾਈਡ ਫੀਸ ਕੀ ਹੁੰਦੀ ਆ ਇਹ ਇਹਨਾਂ ਨੂੰ ਦੱਸਣਾ ਚਾਹੀਦਾ। ਜਦ ਕਿ ਇਹਨਾਂ ਨੇ ਦੂਸਰਾ B ਕਲੌਜ਼ ਨਹੀਂ ਪੜ੍ਹਿਆ ਜਿਹਦੇ ਉੱਤੇ ਲਿਖਿਆ ਦਾ ਮੈਨੇਜਮੈਂਟ ਸ਼ੈਲ ਨਾਟ ਬੀਬਰ ਐਨੀ ਸਟੂਡੈਂਟ ਫਰੋਮ ਅਟੈਂਡਿੰਗ ਅਦਰ ਆਨਲਾਈਨ ਕਲਾਸਿਸ ਐਂਡ ਫਿਜ਼ੀਕਲ ਕਲਾਸਿਸ ਔਨ ਅਕਾਊਂਟ ਆਫ ਨਾਨ ਪੇਮੈਂਟ ਆਫ ਫੀਸ ਏਰੀਅਰ ਆਊਟਸਟੈਂਡਿੰਗ ਫੀਸ ਇਨਕਲੂਡਿੰਗ ਦਾ ਇੰਸਟਾਲਮੈਂਟਸ refer to above and shall not withhold the result of the examination of any student। ਜਦ ਕਿ ਹਰ ਇੱਕ ਬੱਚੇ ਦਾ ਦੇਖੋ, ਅਸੀਂ ਰੈਲੀ ਕੱਢੀ, ਬਹੁਤ ਵੱਡੇ ਇਕੱਠ ਹੋਇਆ, ਬਹੁਤ ਜ਼ਿਆਦਾ ਵੱਡੇ ਲੈਵਲ ਦੇ ਵਿੱਚ ਪੇਰੈਂਟਸ ਸਾਡੇ ਨਾਲ ਜੁੜੇ ਤੇ ਜਿਹੜੇ ਪੇਰੈਂਟਸ ਅੱਗੇ ਫਸਟ ਲਾਈਨ ਦੇ ਵਿੱਚ ਸੀਗੇ ਉਹਨਾਂ ਦੇ ਬੱਚਿਆਂ ਦੇ ਰਿਜ਼ਲਟ ਉਹਨਾਂ ਨੂੰ ਸੈਪਰੇਟ ਬਿਠਾ ਕੇ ਦੇ ਦਿੱਤੇ ਗਏ। ਪਰ ਉਹਦੇ ਬਾਵਜੂਦ ਵੀ ਸਾਨੂੰ ਬੜੇ ਬੱਚਿਆਂ ਦੇ ਪੇਰੈਂਟਸ ਦੇ ਫੋਨ ਆ ਰਹੇ ਕਿ ਸਾਡੇ ਰਿਜ਼ਲਟ ਹੱਲੇ ਵੀ ਨਹੀਂ ਦਿੱਤੇ ਜਾ ਰਹੇ। ਡੀਸੀ ਸਾਹਿਬ ਦੇ ਕੋਲ ਗਏ ਸੀਗੇ, ਡੀਸੀ ਸਾਹਿਬ ਨੇ ਇਹਨਾਂ ਦੇ ਖਿਲਾਫ ਲੈਟਰ ਵੀ ਕੱਢਿਆ ਸੀਗਾ, ਡੀਓ ਸਾਹਿਬ ਨੂੰ ਵੀ ਕੱਢਿਆ ਸੀਗਾ ਔਰ ਪ੍ਰਾਈਵੇਟ ਸਕੂਲ ਪ੍ਰਸ਼ਾਸਨ ਨੂੰ ਵੀ ਕੱਢਿਆ ਸੀ। ਸਾਡੇ ਵੀ ਬੱਚਿਆਂ ਨਾਲ ਸੇਮ ਦਿੱਕਤ ਹੈ ਕਿ ਐਨੂਅਲ ਰਿਜ਼ਲਟ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ। ਸਰ ਮੇਰੇ ਬੱਚਿਆਂ ਦਾ ਰਿਜ਼ਲਟ ਜਨਵਰੀ 'ਚ ਪਹਿਲਾਂ ਜਿਹੜੇ ਪ੍ਰੀ ਟੈਸਟ ਹੁੰਦੇ ਆ ਉਹਨਾਂ ਲਈ ਵੀ ਰੋਕਿਆ ਗਿਆ ਸੀ। ਉਦੋਂ ਐਮਰਜੈਂਸੀ ਮੈਨੂੰ ਕਿਸੇ ਕੋਲੋਂ ਫੜ ਕੇ 40,000 ਰੁਪਈਆ ਪੇ ਕਰਨਾ ਪਿਆ ਸੀਗਾ। ਮੈਂ 40,000 ਹਾਲੇ ਜਨਵਰੀ 'ਚ ਪੇ ਕਰਕੇ ਹਟਿਆ, ਹੁਣ ਮੈਂ ਦੁਬਾਰਾ 70,000 ਕਿੱਥੋਂ ਪੇ ਕਰਾਂ? ਅਗਲੇ ਵੀ ਫੰਡ ਦੇਣੇ ਆ, ਪਿਛਲੇ ਵੀ ਫੰਡ ਦੇਣੇ ਆ, ਕਿੱਥੋਂ ਦੇਣਾ? ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਨਹੀਂ ਇਹ ਕਰ ਸਕਦਾ ਤੇ ਆਹ ਵਾਲੀਆਂ ਮੇਰੇ ਪਾਈਆਂ ਹੋਈਆਂ ਸੀਗੀਆਂ, ਇਹ ਵਾਲੀਆਂ ਮੇਰੇ ਕੰਨ 'ਚ ਪਾਈਆਂ ਸੀ ਤਾਂ ਮੈਨੂੰ ਕਹਿੰਦੇ ਜੀ ਇਹ ਤੁਸੀਂ ਕੰਨ ਦੇ ਵਿੱਚ ਵਾਲੀਆਂ ਪਾ ਸਕਦੇ, ਸਾਡੀਆਂ ਫੀਸ ਨਹੀਂ ਦੇ ਸਕਦੇ। ਇਹ ਬਹੁਤ ਵੱਡਾ ਕਮੈਂਟ ਸੀ ਮੇਰੇ ਵਾਸਤੇ, ਮੇਰੇ ਮੂੰਹ ਤੇ ਬੜਾ ਵੱਡਾ ਥੱਪੜ ਸੀਗਾ ਕਿ ਸ਼ਾਇਦ ਕਿਤੇ ਨਾ ਕਿਤੇ ਅਸੀਂ ਆਪਣੀ ਲਾਈਫ ਦੇ ਵਿੱਚ ਕੋਈ ਅਰਨਿੰਗ ਕੀਤੀ ਨਹੀਂ ਜਾਂ ਕੋਈ ਕਮਾਈ ਕੀਤੀ ਨਹੀਂ। ਔਰ ਮੇਰੀ ਵਾਈਫ ਨੂੰ ਪਰਸਨਲੀ ਇੱਕ ਜੈਂਟਸ ਮੈਨੇਜਮੈਂਟ ਕਮੇਟੀ ਦੇ ਕੋਈ ਮੈਂਬਰ, ਫੀਸ ਕਮੇਟੀ ਦੇ ਹੈੱਡ ਸਤਿੰਦਰ ਜੀ, ਉਹਨਾਂ ਨੇ ਇੰਨੀ ਗੱਲ ਕਹੀ ਕਿ ਤੁਹਾਡੀ ਵਾਈਫ ਬੜੇ ਅਪ ਟੂ ਡੇਟ ਆ। ਇਹ ਗੱਲ ਬਹੁਤ ਘਟੀਆ ਮੈਨੂੰ ਲੱਗੀ ਕਿ ਇੱਕ ਪਤੀ ਦੇ ਸਾਹਮਣੇ ਉਹਦੀ ਵਾਈਫ ਨੂੰ ਅਪ ਟੂ ਡੇਟ ਕਿਹਾ ਜਾ ਰਿਹਾ ਆ। ਕਿਸੇ ਨੂੰ ਵੀ ਇਹ ਚੀਜ਼ ਚੰਗੀ ਨਹੀਂ ਲੱਗੇਗੀ, ਮੈਨੂੰ ਵੀ ਚੰਗੀ ਨਹੀਂ ਲੱਗੀ ਹੈ। ਆ ਵਾਲੀਆਂ ਵਾਲੀ ਗੱਲ ਜਿਹੜੀ ਆ, ਮੈਂ ਉਹਨਾਂ ਨੂੰ ਇੰਨੀ ਗੱਲ ਵੀ ਕਹੀ ਸੀ ਕਿ ਮੈਂ ਵਾਲੀਆਂ ਤੁਹਾਨੂੰ ਦੇ ਦਿੰਨਾ, ਤੁਸੀਂ ਇਹਨੂੰ ਵੇਚ ਕੇ ਜਿਹੜੇ ਪੈਸੇ ਤੁਹਾਡੇ ਉਹ ਪੂਰੇ ਕਰ ਲਓ। ਇਸ ਹੱਦ ਤੱਕ ਉਹ ਜਾ ਚੁੱਕੇ। ਸਾਡੇ ਸੋਸ਼ਲ ਮੀਡੀਆ ਚੈੱਕ ਕੀਤੇ ਜਾ ਰਹੇ ਆ, ਜਦੋਂ ਅਸੀਂ ਫੀਸ ਪੇ ਕਰ ਰਹੇ ਸੀ ਉਦੋਂ ਕਿਉਂ ਨਹੀਂ ਦਿੱਤੇ ਜਾ ਰਹੇ? ਇੱਕ ਇਹਦੇ ਵਿੱਚ ਮੈਂ ਚੀਜ਼ ਕਹਿਣੀ ਚਾਹੂੰਗਾ, ਜੋ ਸੁਪਰੀਮ ਕੋਰਟ ਨੇ ਇਹ ਹਦਾਇਤਾਂ ਦਿੱਤੀਆਂ ਹੈ ਨਾ, ਇਹਦੇ ਵਿੱਚ ਇਹ ਸੁਪਰੀਮ ਕੋਰਟ ਨੇ ਇਹਨੂੰ ਕਿਹਾ ਕਿ ਇਹ ਇੰਟਰਿਮ ਆਰਡਰ ਆ, ਇਹ ਫਾਈਨਲ ਡਿਸੀਜਨ ਨਹੀਂ ਆ। ਪਰ ਇਹ ਫਾਈਨਲ ਡਿਸੀਜਨ ਦੇ ਵਾਂਗਰ ਹੀ ਸਾਨੂੰ ਟਰੀਟ ਕਰ ਰਹੇ ਆ, ਕੱਲੇ ਪੇਰੈਂਟ ਨੂੰ ਟਰੀਟ ਕਰ ਰਹੇ ਆ। ਉਹਨਾਂ ਨੂੰ ਧੱਕੇ ਦੇ ਨਾਲ ਕਹਿ ਲਓ ਕਿ ਕੱਲਾ ਬੁਲਾ ਕੇ ਹਰਾਸ ਕਰਕੇ ਜਾਂ ਤੰਗ ਕਰਕੇ ਉਹਨਾਂ ਨੂੰ ਜ਼ਬਰਦਸਤੀ ਉਹਨਾਂ ਤੋਂ ਅੰਡਰਟੇਕਿੰਗ ਸਾਈਨ ਕਰਾਈ ਜਾ ਰਹੀ ਆ। ਜਦ ਕਿ ਅੰਡਰਟੇਕਿੰਗ ਜਿਹੜੀ ਸਾਈਨ ਕਰਾਉਣ ਦੇ ਲਈ ਸੀ ਉਹ 10th ਔਰ +2 ਵਾਸਤੇ ਸੀਗੀ, ਆਲ ਸਕੂਲ ਦੀ ਕਲਾਸਿਸ ਵਾਸਤੇ ਨਹੀਂ ਸੀਗੀ। ਸਾਨੂੰ ਉਹ ਡਿਸਟਰਬ ਕੀਤਾ ਜਾ ਰਿਹਾ। ਜਦ ਕਿ ਇਹ ਚੀਜ਼ ਗੇਮ ਇਸ ਲਈ ਖੇਲੀ ਜਾ ਰਹੀ ਆ ਕਿਉਂਕਿ ਜਿਹੜੇ ਇਹ ਇੰਟਰਿਮ ਆਰਡਰ ਆ, ਜੇ ਪੇਰੈਂਟਸ ਅੱਜ ਨਾ ਬੋਲੇ, ਜੇ ਤੁਸੀਂ ਸਾਡੀ ਆਵਾਜ਼, ਮੀਡੀਆ ਨੇ ਇੱਕ ਸਤੰਭ ਆ ਤੁਸੀਂ ਸਾਡੇ ਦੇਸ਼ ਦਾ, ਜੇ ਤੁਸੀਂ ਨਹੀਂ ਹੋਵੋਗੇ ਸਾਡਾ ਦੇਸ਼ ਢਿੱਠ ਜਾਊਗਾ। ਜਿੱਦਾਂ ਆਜ਼ਾਦੀ ਦੀ ਲੜਾਈ ਲੜਨ ਵਾਸਤੇ ਕੁਝ ਮੈਂਬਰ 5-5 ਇਕੱਠੇ ਹੋ ਕੇ ਕਮੇਟੀਆਂ ਬਣੀਆਂ ਸੀਗੀਆਂ, ਇੱਦਾਂ ਹੀ ਆਲ ਓਵਰ ਪੰਜਾਬ ਦੇ ਵਿੱਚ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਸਾਰੀਆਂ 5-5 10-10 ਬੰਦੇ ਇਕੱਠੇ ਹੋ ਕੇ ਕਮੇਟੀਆਂ ਬਣਾ ਰਹੇ ਆ। ਜੇ ਅੱਜ ਸਾਨੂੰ ਕਿਸੇ ਬਾਹਰਲੇ ਤੋਂ ਡਰ ਨਹੀਂ ਆ, ਅੱਜ ਸਾਨੂੰ ਸਾਡੇ ਅੰਦਰੋਂ ਪ੍ਰਸ਼ਾਸਨ ਦੇ ਸਿਸਟਮ ਦੇ ਵਿੱਚੋਂ ਸਾਨੂੰ ਡਰ ਆ ਕਿ ਸਾਡੇ ਨਾਲ ਧੱਕਾ ਹੋ ਸਕਦਾ, ਸਾਡੇ ਤੇ ਕੋਈ ਕੇਸ ਹੋ ਸਕਦਾ, ਕੋਈ ਕਾਰਵਾਈ। ਮੈਂ ਤੁਹਾਡੇ ਸਾਰਿਆਂ ਸਾਹਮਣੇ ਕਹਿਣਾ ਚਾਹੂੰਗਾ ਜੇ ਸਾਡੇ ਉੱਤੇ ਕੋਈ ਵੀ ਕਾਰਵਾਈ ਹੁੰਦੀ, ਅਸੀਂ ਆਲ ਪੇਰੈਂਟਸ ਦੀ ਆਵਾਜ਼ ਚੱਕ ਰਹੇ ਹਾਂ, ਅਸੀਂ ਕੋਈ ਆਪਣੇ ਲਈ ਨਹੀਂ ਡਰ ਰਹੇ। ਬਿਲਕੁਲ, ਤੁਹਾਨੂੰ ਵੀ ਸੇਮ ਸਮੱਸਿਆ आ रही है, ਤੁਹਾਡੇ ਵੀ ਐਨੂਅਲ ਫੀਸ ਮੰਗੀ ਜਾ ਰਹੀ है ਤੁਹਾਡੇ ਤੋਂ? बिल्कुल सर, सारे स्कूल का सर यही हाल है। एनुअल फंड, बिल्डिंग फंड, डेवलपमेंट फंड सब कुछ मांगा जा रहा है। सर इन्होंने ये बोला था कि हमें ट्यूशन फीस चाहिए। हाई कोर्ट में जब गए थे तो इन्होंने ये कहा था कि ट्यूशन फीस इसलिए चाहिए क्योंकि हमने अपने एम्प्लॉयज़ को फ़ीस देनी है, हमने टीचरों की सैलरी देनी है, जो हमारे ट्रांसपोर्ट के जो हमारे ड्राइवर्स वगैरह उनको हमने सैलरी देनी है। लेकिन सर अभी आवाज़ें ये भी आ रही हैं, टीचर्स की तरफ से भी आ रही हैं, उनको तब से हाफ सैलरी दी जा रही है। जब उनसे कहा जाता है, टीचर से इकट्ठे होकर जाते हैं मैनेजमेंट के पास कि अब हमारी सैलरी फुल कर दो, तो उनको बोला जाता है कि आप रेजिग्नेशन देके जा सकते हो, हमने तो आपको हाफ सैलरी ही देनी है। ਅੱਛਾ, ਜਿਹੜੀ ਐਨੂਅਲ ਫੀਸ ਤੁਹਾਡੇ ਤੋਂ ਮੰਗੀ ਜਾ ਰਹੀ ਹੈ, ਜਿਹੜੀਆਂ ਕੋਰਟ ਦੀਆਂ ਹਦਾਇਤਾਂ ਨੇ ਉਹਦੇ ਮੁਤਾਬਕ ਤੁਸੀਂ ਐਨੂਅਲ ਫੀਸ ਦੇਣੀ ਹੈ ਕਿ ਜਾਂ ਤੁਸੀਂ ਇੰਸਟਾਲਮੈਂਟ 'ਚ ਦੇਣਾ ਚਾਹੁੰਦੇ ਹੋ, ਜਾਂ ਇੱਥੇ ਦਿੱਕਤ ਕਾਦੀ ਆ ਰਹੀ ਹੈ? सर इंस्टॉलमेंट के लिए उन्होंने उनको बोला है जो 10th और 12th के स्टूडेंट्स हैं, जिनको रोल नंबर्स मिलने हैं, जिनके बोर्ड के एग्जाम्स होने हैं, उनके लिए उन्होंने बोला है कि अगर उनकी कोई फ़ीस नहीं आती है तो आप 6 किश्तों में उनसे वो फ़ीस ले सकते हो। उसके एवज़ में आप उनके रोल नंबर मत रोकिए, उनको
आप एग्ज़ाम्स में बैठने दीजिए, ये उनके लिए बोला है। इन्होंने सर इसको मतलब कह सकते हो आप तोड़ा मरोड़ा इसको इन्होंने सबके ऊपर लागू कर दिया स्कूल वालों ने कि सारे ही बच्चे मतलब 6 किश्तें बना सकते हैं, ये कर सकते हैं। ऐसा सर कुछ भी नहीं है, ये उनके लिए बोला गया था। बाकियों के लिए ये बोला गया कि जो पेरेंट फ़ी पे नहीं कर सकता वो अपनी एप्लीकेशन स्कूल में मूव कर सकता है और स्कूल प्रशासन को सिंपैथेटिकली उस एप्लीकेशन को देखना पड़ेगा और उनको जो बनती रिबेट है उनको देनी पड़ेगी, उनको चाहिए कि उनको दें। सर ऐसे पेरेंट्स हैं, विडो हैं लेडीज़, उनकी मदर्स के साथ रह रही हैं, रोने वाले हालात है सर। उनके 8-8 हज़ार सैलरी है, 2-2 बच्चे हैं, कहाँ से सर वो 20-20 25-25 हज़ार अब स्कूलों को दें। एक तरफ पुराना मांग रहे हैं सारा जो पिछले साल का रह गया, उसके साथ साथ नेक्स्ट भी मांग रहे हैं कि अगले साल का भी एनुअल फंड भी हमें अभी दे दो, वो भी दे के एडमिशन भी करवा दो और अगले 2-2 महीने की फीस भी दे दो। कहाँ से सर इतना सब मैनेज करने के, मिडिल क्लास फैमिलीज है सारी, कैसे कर सकते हैं। ਅੱਛਾ ਮੈਮ ਸਕੂਲਾਂ ਵਾਲੇ ਤਰਕੇ ਵੀ ਦਿੰਦੇ ਨੇ, ਕਹਿੰਦੇ ਨੇ ਕਿ ਸਾਡਾ ਸਕੂਲਾਂ ਦੇ ਖਰਚੇ ਨੇ, ਬਿਜਲੀ ਦੇ ਖਰਚੇ ਨੇ ਜਾਂ ਟੀਚਰਾਂ ਨੂੰ ਦੇਣਾ, ਟਰਾਂਸਪੋਰਟ ਦੇ ਖਰਚੇ ਨੇ, ਸਾਡੇ ਲਈ ਇਹ ਫੀਸਾਂ ਲੈਣੀਆਂ ਜ਼ਰੂਰੀ ਨੇ। सर एक सिंपल सी छोटी सी बात है, एक स्कूल में 50 बच्चे पढ़ते हैं एक क्लास में, एक सेक्शन में। आप ये देखो हर बच्चे की अगर 3000 भी आप पकड़ के चलो फी उसकी, तो उसका टोटल लगाओ आप, एक टीचर की सैलरी सिर्फ एक बच्चे से या 2 बच्चों से निकल जाती है। उसके बावजूद टीचरों को 50% दी जा रही हैं सैलरीज। और पेरेंट्स के ऊपर जो प्रेशर डाला जा रहा है एनुअल चार्जेस का, ठीक है, यूनिफॉर्म्स का, बुक्स का, वो तो बिल्कुल नाजायज़ है, वो तो बनता ही नहीं है। जब बच्चा स्कूल में एंट्री नहीं किया तो किस चीज़ के एनुअल चार्जेस, किस चीज़ के बिल्डिंग फंड के हम आपको चार्जेस दें? कंप्यूटर फ़ी है, लैब है, किसी चीज़ को बच्चे ने यूज़ नहीं किया साल भर में। हम इस चीज़ के लिए एग्री कर रहे हैं कि आप फ़ीस मांगो, हम फ़ीस देने को तैयार हैं, लेकिन जो ऊपर के नाजायज़ खर्चे जो हैं वो तो हम बिल्कुल नहीं देंगे। उसी की लड़ाई है सर, और जब तक हम जीत नहीं जाते हम ये लड़ाई लड़ते रहेंगे। सर एक हाई कोर्ट का ऑर्डर आया था इससे पहले, उन्होंने ये बोला था कि आपने जो डे टू डे बेसिस पे बच्चों को ऑनलाइन क्लासेस प्रोवाइड करवाई हैं उसकी आप फीस ले सकते हो। उन्होंने उस साथ में इनको ये बोल दिया कि आप लोगों ने 15 दिन के अंदर अपने स्कूल की बैलेंस शीट जो है वो कोर्ट में सबमिट करवानी है। उसके सर अगेंस्ट ये लोग सुप्रीम कोर्ट चले गए, इन्होंने उसका कोई रिप्लाई नहीं दिया, इन्होंने आगे जाके सुप्रीम कोर्ट में पिटीशन फाइल कर दी। अब जब सुप्रीम कोर्ट का इंटरिम ऑर्डर आ गया, वो भी अगर पेरेंट्स के फेवर में थोड़ा सा आया है, इनके फेवर में तो सिर्फ एक ही क्लॉज आई है ना। उन्होंने बोला मे कलेक्ट फीस, और उन्होंने ये बोला कि आप शेल लगाया उन्होंने कि आप निकालो मत बच्चों को, उनको एग्जाम से बैठने से मत रोको, उनको प्रमोट करने से मत रोको। वो सारी चीज़ें सर ये फॉलो नहीं कर रहे, और बस ये है कि फीसें ले लो, उसको मतलब अपने हिसाब से तोड़ मोड़ लेते हैं सब करके, और बस फीस दे दो, हमें सारी की सारी फीस दे दो। ਅੱਛਾ ਮੈਮ ਇਹ ਪਹਿਲੇ ਨਤੀਜੇ ਦਿੱਤੇ ਨਹੀਂ ਜਾ ਰਹੇ, ਅੱਗੋਂ ਅਗਲਾ ਜਿਹੜਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਉਹਦੇ ਵਿੱਚ ਫਿਰ ਦਿੱਕਤ ਆਊਗੀ, ਉਹਦੇ ਵਿੱਚ ਐਨੂਅਲ ਫੀਸ ਤੁਸੀਂ ਪੂਰੀ ਦੇ ਰਹੇ ਹੋ ਜਾਂ ਕਿਵੇਂ ਕਰ ਰਹੇ ਹੋ? सर मेरी बात सुनिए, मैं एनुअल चार्जेस देने के बिल्कुल खिलाफ हूँ, क्योंकि जब हम बच्चों का पढ़ाई घर पे रहे हैं, बिल्डिंग यूज़ नहीं हो रही, इनकी इलेक्ट्रिसिटी यूज़ नहीं हो रही, एनुअल चार्जेस क्या है? बिल्डिंग मेंटेनेंस मांग रहे हैं हमसे। किस चीज़ के लिए हम बिल्डिंग मेंटेनेंस दें जब बच्चा बिल्डिंग में एंटर ही नहीं हुआ आपकी? ठीक है ना। हमने ऑनलाइन क्लासेस लगाई, इवन वाईफाई लगवाए बच्चों के लिए, बच्चों को लैपटॉप, इनसे ज़्यादा तो हमारा खर्चा हुआ है, बल्कि ये तो हमें इनको बोलना चाहिए भाई हमारा इतना खर्चा हुआ है, वो कौन भरेगा? और बच्चे देखो आप, ये सबको इस प्रॉब्लम है, अकेली मेरी प्रॉब्लम नहीं है। और देखो बच्चे मोबाइलों पे बिगड़े ही हैं, सारे बच्चे मोबाइलों पे बिगड़े हैं, बच्चों का फ्यूचर मतलब अंधेरे में जा रहा है इस टाइम पे। और ऊपर से मेरे 2 बच्चे पढ़ते हैं, ठीक है, 47,000 जो है एनुअल चार्जेस ही बन रहे हैं। मैंने अभी भी बताया उनको कि 70,000 मतलब बुक्स वगैरह यूनिफॉर्म सारा इनका करके 70,000 जो है ना वो बच्चों का ही बन रहा है। और जब 20,000 मेरे हस्बैंड की वो सैलरी है, तो मेरी बात सुनिए, मैं उसमें अपने बच्चों को पढ़ाऊंगी कि घर का खाना पानी करूंगी? बताइए, आप खुद बताइए। और ऊपर से ये रिजल्ट होल्ड कर रहे हैं जी। अब ਜਲੰਧਰ ਦੇ ਡੀਸੀ ਵੱਲੋਂ ਇੱਕ ਲੈਟਰ ਵੀ ਕੱਢੀ ਗਈ ਸੀ ਕਿ ਇਹ ਰਿਜ਼ਲਟ ਹੋਲਡ ਨਹੀਂ ਕਰ ਸਕਦੇ ਨਹੀਂ ਕਰ ਸਕਦੇ, ਔਰ ਉਹਦੇ ਬਾਵਜੂਦ ਵੀ ਉਹ ਕਹਿੰਦੇ ਅਸੀਂ ਇਹਨੂੰ ਲੈਟਰ, ਅਸੀਂ ਸਕੂਲ ਵੀ ਲੈ ਕੇ ਗਏ ਆ, ਉਹ ਕਹਿੰਦੇ ਅਸੀਂ ਇਹਨੂੰ ਨਹੀਂ ਮੰਨਦੇ। ਉਹਨਾਂ ਨੇ ਸਿੱਧਾ ਹੀ ਕਿਹਾ ਅਸੀਂ ਇਹਨੂੰ ਨਹੀਂ ਮੰਨਦੇ। ਤੁਹਾਡੇ ਬੱਚੇ ਸੀਬੀਐਸਈ ਸਕੂਲ ਚ ਨੇ, ਪੰਜਾਬ ਬੋਰਡ ਚ? ਸੀਬੀਐਸਈ ਬੋਰਡ ਚ ਪੜ੍ਹਦੇ, ਮੇਰੇ ਬੱਚੇ ਪੁਲਿਸ ਡੀਏਵੀ ਪਬਲਿਕ ਸਕੂਲ ਚ ਪੜ੍ਹਦੇ ਨੇ, ਔਰ ਇਸ ਆਲਮੋਸਟ ਪੇਰੈਂਟਸ ਪੁਲਿਸ ਡੀਏਵੀ ਦੇ ਹੀ ਨੇ। ਡੀਸੀ ਦੀ ਲੈਟਰ ਨੂੰ ਨਹੀਂ ਮੰਨਦੇ ਪਏ ਉਹ? नहीं कुछ समझते ही नहीं ਉਹ है। ਕੁਛ ਨਹੀਂ ਸਮਝਦੇ। ਅਗਲੇ ਕਹਿੰਦੇ ਆ ਕਿ ਉਹਦਾ ਤੁਸੀਂ ਲਾਨ ਪਾਨ ਚ ਚੰਗੇ ਭਲੇ ਹੋ ਹੈ, ਫੀਸ ਦੇਣ ਵਾਲੀ ਤੁਸੀਂ ਰੋਣਾ ਧੋ ਰਹੇ ਹੋ ਕਿ ਅਸੀਂ ਫੀਸ ਨਹੀਂ ਦੇ ਸਕਦੇ। ਠੀਕ ਹੈ, ਆਪਣੀ ਬੈਂਕਿੰਗ ਸਟੇਟਮੈਂਟ ਲੈ ਕੇ ਆਓ, ਆਪਣੀ ਆਈਟੀਆਰ ਸਾਨੂੰ ਦਿਖਾਓ, ਫਿਰ ਅਸੀਂ ਮਤਲਬ ਸੋਚਾਂਗੇ ਕਿ ਤੁਹਾਨੂੰ ਕੰਸੈਸ਼ਨ ਦੇਣੀ ਹੈ ਕਿ ਨਹੀਂ ਦੇਣੀ ਹੈਗੀ। ਮਤਲਬ ਇਹ ਕਿ ਮਤਲਬ ਤੁਸੀਂ ਸਾਨੂੰ ਕੰਸੈਸ਼ਨ, ਇਹਦਾ ਜੇ ਤੁਹਾਨੂੰ ਇੰਨਾ ਹੈ ਤੁਸੀਂ ਸਾਡੇ ਘਰ ਚੱਲ ਕੇ ਸਾਡੇ ਘਰ ਦੇਖ ਲਓ। नहीं नहीं सर, मैं बैंक स्टेटमेंट देने लिए तैयार हाँ। मैं उस तो पहला चाहनी है कि जो स्कूल हाँ का जी। मैनेजमेंट है वो अपना पूरा ਸਾਨੂੰ ਸਟੇਟਮੈਂਟ ਦੇਵੇ ਕਿ ਉਹਨਾਂ ਦੇ ਕੀ ਖਰਚੇ ਅਸੀਂ ਨੇ। ਆਪਣੀ ਬੈਂਕਿੰਗ ਸਟੇਟਮੈਂਟ ਤੁਹਾਨੂੰ ਦਿੰਦੇ ਆ, ਤੁਸੀਂ ਸਾਨੂੰ ਆਪਣੇ ਜੋ ਖਰਚੇ ਹੋਏ ਤੁਹਾਡੇ ਲੋਕਡਾਊਨ ਦੇ ਵਿੱਚ ਤੁਸੀਂ ਸਾਨੂੰ ਦਿਖਾਓ।
ਆਨਲਾਈਨ ਕਲਾਸਾਂ ਅਸੀਂ ਲਗਾਈਆਂ। ਅੱਛਾ, ਇਹ ਲੈਟਰ ਤੋਂ ਬਾਅਦ ਤੁਸੀਂ ਦੁਬਾਰਾ ਡੀਸੀ ਨਾਲ ਮੁਲਾਕਾਤ ਕੀਤੀ? ਨਹੀਂ ਸਰ, ਉਸ ਤੋਂ ਬਾਅਦ ਅਸੀਂ ਡੀਸੀ ਸਾਹਿਬ ਨਾਲ ਕੋਈ ਮੁਲਾਕਾਤ ਨਹੀਂ ਕੀਤੀ। ਉਸ ਤੋਂ ਹੁਣ ਬਾਅਦ ਤੁਹਾਡਾ ਅਗਲਾ ਸਟੈਪ ਕੀ ਹੈ? ਜੇ ਤੁਹਾਨੂੰ ਨਤੀਜੇ ਨਹੀਂ ਦਿੰਦੇ ਤਾਂ ਤੁਸੀਂ ਡੀਸੀ ਨਾਲ ਮੁਲਾਕਾਤ ਕਰੋਗੇ ਕਿ ਜਾਂ ਸੀਐਮ ਅਪਰੋਚ ਕਰੋਗੇ? ਸਰ ਅਸੀਂ ਸੀਐਮ ਨੂੰ ਅੱਗੇ ਜਾ ਕੇ ਕਰਾਂਗੇ, ਕਿਉਂਕਿ ਪਤਾ ਕੀ ਹੈ, ਦੇਖੋ ਡੀਸੀ ਸਾਹਿਬ ਦੇ ਗਏ ਅਸੀਂ, ਉਹ ਡੀਸੀ ਸਾਹਿਬ ਦੇ ਆਰਡਰ ਨੂੰ ਕੁਝ ਸਮਝ ਹੀ ਨਹੀਂ ਰਹੇ ਹੈ, ਤੇ ਇਟ ਮੀਨਸ ਇਹੀ ਹੈ ਨਾ ਕਿ ਉਹ ਡੀਸੀ ਸਾਹਿਬ ਦੇ ਆਰਡਰ ਨੂੰ ਉਹਨਾਂ ਨੇ ਸਿੱਧਾ ਚੈਲੰਜ ਹੀ ਕੀਤਾ। ਉਹਨਾਂ ਵਾਸਤੇ ਡੀਸੀ ਸਾਹਿਬ ਦੀ ਕੋਈ ਵੈਲਿਊ ਨਹੀਂ, ਇਸੇ ਕਰਕੇ ਅਸੀਂ ਅਪਰ ਲੈਵਲ ਤੇ ਜਾਵਾਂਗੇ। ਅਸੀਂ ਹਾਂਜੀ ਡੀਓ ਸਰ ਨਾਲ ਗੱਲ ਹੋਈ ਹੈ, ਉਹ ਅੱਗੋਂ ਪੇਰੈਂਟਸ ਨੂੰ ਕਹਿ ਰਹੇ ਨੇ ਕਿ ਤੁਸੀਂ ਐਜੂਕੇਟਡ ਹੋ ਕਿ ਨਹੀਂ। ਮਤਲਬ ਇਹ ਕੀ ਮਤਲਬ ਹੈ? ਤੁਸੀਂ ਪੇਰੈਂਟਸ ਨੂੰ ਕਿਉਂ ਪੁੱਛ ਰਹੇ ਹੋ? ਤੁਸੀਂ ਤੁਹਾਨੂੰ ਜਿਹੜਾ ਮਸਲਾ ਅਸੀਂ ਦੱਸਦੇ ਹਾਂ ਕਿ ਸਾਨੂੰ ਤੁਹਾਡੇ ਆਰਡਰ ਦੇ ਬਾਵਜੂਦ ਵੀ ਉਹ ਸਾਡੇ ਕੋਲ ਕੰਸੈਸ਼ਨ ਮਤਲਬ ਫੀਸ ਮੰਗ ਰਹੇ ਨੇ, ਐਨੂਅਲ ਚਾਰजेस ਮੰਗ ਰਹੇ ਨੇ, ਉਹਦੇ ਬਾਵਜੂਦ ਵੀ ਉਹ ਤੋਂ ਡੀਓ ਸਾਹਿਬ ਅੱਗੋਂ ਕਹਿ ਰਹੇ ਨੇ ਕਿ ਤੁਹਾਨੂੰ ਦੇਣਾ ਹੀ ਪਏਗਾ, ਇਹ ਨੋਟੀਫਾਈਡ ਹੈ, ਤੁਹਾਨੂੰ ਦੇਣਾ ਪਏਗਾ। ਉਹ ਕਹਿੰਦੇ ਕਿੱਥੇ ਲਿਖਿਆ ਇਹ ਨੋਟੀਫਾਈਡ ਹੈ? ਇਸੇ ਕਰਕੇ ਫਿਰ ਹੁਣ ਦੇਖ ਰਹੇ ਹਾਂ ਕਿ ਮਤਲਬ ਆਪਾਂ ਉੱਪਰ ਹੀ ਜਾਵਾਂਗੇ, ਕਿਉਂਕਿ ਡੀਸੀ ਸਾਹਿਬ ਦੇ ਨਾਲ ਕੋਈ ਫਾਇਦਾ ਹੀ ਹੋਇਆ ਹੀ ਨਹੀਂ, ਹਾਈ ਲੈਵਲ ਤੇ ਹੀ ਕੰਮ ਹੋਏਗਾ। ਔਰ ਅਸੀਂ ਬਾਕੀ ਪੇਰੈਂਟਸ ਨੂੰ ਵੀ ਇਹੀ ਅਪੀਲ ਕਰਦੇ ਹਾਂ ਕਿ ਜਿੰਨਾ ਹੋ ਸਕੇ ਮਤਲਬ ਅੱਗੇ ਆਓ, ਕਿਉਂਕਿ ਪਤਾ ਕਿ ਪੇਰੈਂਟਸ ਬੱਚੇ ਹੈਗੇ ਨੇ ਜਿਨ੍ਹਾਂ ਨੂੰ ਇਸ ਤਰੀਕੇ ਦੀ ਦਿੱਕਤ ਆ ਰਹੀ ਹੈ। ਸਾਰੇ ਸਕੂਲਾਂ ਦੇ ਵਿੱਚ ਇਦਾਂ ਕਿ ਜਾਂ ਕੁਝ ਸਕੂਲ ਇਦਾਂ ਕਰ ਰਹੇ ਨੇ? ਸਰ ਆਲਮੋਸਟ ਸਕੂਲ ਮੇਂ ਆ ਰਹੀ ਹੈ, ਆਲਮੋਸਟ ਸਕੂਲ 'ਚ ਆ ਰਹੀਆਂ ਹੈਗੀਆਂ। ਵੈ ਇਹ ਨਹੀਂ ਹੈ ਕਿ ਕੱਲਾ ਡੀਏਵੀ ਸਕੂਲ ਦੇ ਵਿੱਚ ਆ ਰਹੀ ਹੈ, ਆਲਮੋਸਟ ਸਕੂਲ ਦੇ ਵਿੱਚ ਆ ਰਹੀ ਹੈ, ਇਨੋਸੈਂਟ 'ਚ ਆ ਰਹੀ ਹੈ, ਐਮਜੀਐਨ 'ਚ ਹੈਗੀ ਹੈ, ਸੈਂਟ ਸੋਲਜਰ, ਹਾਂਜੀ ਇਹ ਸਾਰਿਆਂ ਦੇ ਵਿੱਚ ਆ ਰਹੀ ਹੈ, ਸਿਟੀ ਪਬਲਿਕ ਸਕੂਲ 'ਚ ਆ ਰਹੀ ਹੈ, ਮਤਲਬ ਸਾਰੇ ਸਕੂਲਾਂ 'ਚ ਇਹ ਪ੍ਰੋਬਲਮ ਆ ਰਹੀ ਹੈ। ਸੋ ਇਹ ਮਾਪਿਆਂ ਦੇ ਇਲਜ਼ਾਮ ਨੇ ਕਿ ਜਿਸ ਤਰੀਕੇ ਦੇ ਨਾਲ ਸਕੂਲ ਇਹਨਾਂ ਨੂੰ ਤੰਗ ਕਰ ਰਹੇ ਨੇ, ਐਨੂਅਲ ਫੀਸ ਮੰਗੀ ਜਾ ਰਹੀ ਹੈ, ਨਤੀਜੇ ਜਿਹੜੇ ਰਿਜ਼ਲਟ ਨੇ ਉਹ ਹੋਲਡ ਕਰ ਲਏ ਗਏ ਨੇ। ਸਕੂਲ ਕਹਿ ਰਹੇ ਨੇ ਕਿ ਐਨੂਅਲ ਫੀਸ ਦਿੱਤੀ ਜਾਵੇ, ਉਸ ਤੋਂ ਬਾਅਦ ਜਿਹੜੇ ਨੇ ਉਹ ਰਿਜ਼ਲਟ ਦਿੱਤੇ ਜਾਣ, ਪਰ ਮਾਪੇ ਕਹਿ ਰਹੇ ਨੇ ਕਿ ਜਦੋਂ ਬੱਚੇ ਸਕੂਲਾਂ ਦੇ ਵਿੱਚ ਗਏ ਨਹੀਂ ਤਾਂ ਐਨੂਅਲ ਫੀਸ ਕਿਉਂ ਦਿੱਤੀ ਜਾਵੇ? ਸਿਰਫ ਟਿਊਸ਼ਨ ਫੀਸ ਇਹਨਾਂ ਵੱਲੋਂ ਦਿੱਤੀ ਜਾ ਰਹੀ ਹੈ ਜਾਂ ਇਹ ਫੀਸ ਦੇਣ ਨੂੰ ਇਹ ਰਾਜੀ ਨੇ, ਪਰ ਕਹਿ ਰਹੇ ਨੇ ਕਿ ਦੂਜੀਆਂ ਫੀਸਾਂ ਐਨੂਅਲ ਫੀਸ ਜਾਂ ਕੋਈ ਟਰਾਂਸਪੋਰਟ ਜਾਂ ਬਿਲਡਿੰਗ ਦੀ ਕੋਈ ਵੀ ਫੀਸ ਨਹੀਂ ਦੇਣਾ ਚਾਹੁੰਦੇ। ਇਸ ਤੋਂ ਇਲਾਵਾ ਜਿਹੜੀ ਡਿਪਟੀ ਕਮਿਸ਼ਨਰ ਦੇ ਵੱਲੋਂ ਇੱਕ ਲੈਟਰ ਵੀ ਕੱਢੀ ਗਈ ਸੀਗੀ ਕਿ ਰਿਜ਼ਲਟ ਕੋਈ ਨਹੀਂ ਹੋਲਡ ਕਰ ਸਕਦਾ, ਪਰ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਕੂਲ ਇਸ ਲੈਟਰ ਨੂੰ ਵੀ ਮੰਨਣ ਤੋਂ ਇਨਕਾਰ ਕਰ ਰਹੇ ਨੇ ਤੇ ਇਸ ਤੋਂ ਬਾਅਦ ਇਹਨਾਂ ਦੇ ਵੱਲੋਂ ਹਾਈ ਲੈਵਲ ਜਿਹੜੀ ਅਪਰੋਚ ਕੀਤੀ ਜਾਵੇਗੀ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਟੀਵੀ ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।